Smoking and consumption of alcohol are injurious to health. अच्छा कुछ भी हो सकता गा, जी सकता कोई, कोई मर सकता गा। ये है क्राइम पंजाब, ये है क्राइम पंजाब, क्राइम पंजाब। एमएलए प्रताप सिंह अपने प्राइवेट हैलीकॉप्टर राही दिल्ली वाल जा रहे थे। अचानक हुए ब्लास्ट कारण उन्होंने मौके ते मौत हो गई। असीं उन्हां दे पीए नाल गलबात कीती। दरअसल एमएलए साहब पिछले कुछ दिनों तो बहुत परेशान थे। मैंने वजह भी पूछी सी, कहते वक्त आने पे मैं सब कुछ बता दूं। और कोई खास गल? ज्यादा कुछ नहीं है। एक दिन कह रहे थे वो कोई नजदीकी ब्रोक भेजने की कोशिश कर रहा है। की तुसीं उस नजदीकी दा नाम जानते हो? जी नहीं। ਇਹਨਾਂ ਨੇ ਉਹਨਾਂ ਦਾ ਨਾਮ ਨਹੀਂ ਦੱਸਿਆ, ਪਰ ਅਸੀਂ ਬਹੁਤ ਜਲਦੀ ਆਪਣੇ ਚੈਨਲ ਰਾਹੀਂ ਲੋਕਾਂ ਤੱਕ ਸੱਚ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਰਿਪੋਰਟਰ ਨੇਹਾ ਸਿੰਘ। ਕੀ ਗੱਲ ਅੱਜ ਇੰਨੀ ਜਲਦੀ ਉੱਠ ਕੇ ਡਿਊਟੀ ਤੋਂ ਤਾਂ ਛੁੱਟੀ ਲਿੱਤੀ ਹੋਈ ਸੀ? ਛੁੱਟੀ ਤਾਂ ਮੇਰੀ ਕੈਨਸਲ ਹੋ ਗਈ। ਹਾਂ, ਐਸਐਸਪੀ ਸਰ ਦਾ ਫੋਨ ਆਇਆ ਸੀ। ਆਪਾਂ ਤਾਂ ਕੱਲ ਘੁੰਮਣ ਜਾਣਾ ਸੀ। ਥੋੜੇ ਦਿਨਾਂ ਬਾਅਦ ਚੱਲ ਪਵਾਂਗੇ। ਹੁਣ ਇੱਕ ਵਾਰੀ ਤਾਂ ਨੌਕਰੀ ਤੇ ਹਾਜ਼ਰ ਹੋਣਾ ਪਊ। ਬੁਰਾ ਲੱਗ ਰਿਹਾ? ਹਾਂ ਜੀ, ਬਹੁਤ ਬੁਰਾ ਲੱਗ ਰਿਹਾ। ਮੈਂ ਤਾਂ ਜਾਣ ਦੀ ਪੂਰੀ ਤਿਆਰੀ ਕਰ ਲਈ ਸੀ। ਹਾਂ ਸੌਰੀ, ਹੁਣ ਇੱਕ ਵਾਰ ਤਾਂ ਰੁਕਣਾ ਹੀ ਪਊ। ਹਾਂ ਐ ਕਰਦੇ ਆ, ਜਦੋਂ ਜਾਵਾਂਗੇ ਹਨਾ, ਇੱਕ ਹਫ਼ਤਾ ਨਹੀਂ 2 ਹਫ਼ਤੇ ਲਈ ਚੱਲ ਪਵਾਂਗੇ। ਪੱਕਾ ਕਹਿ ਰਹੇ ਹੋ ਨਾ? ਬਿਲਕੁਲ ਪੱਕਾ, ਤੇਰੀ ਕਸਮ। ਤੁਸੀਂ ਕਿੰਨੇ ਚੰਗੇ ਹੋ ਜੀ। ਓਕੇ, ਸ਼ਾਮੀ ਮਿਲਦੇ ਹਾਂ। बस कर पुत रोना, तेरा बाप वापस नहीं आने लगा। मेरा भरा सी, मैनू भी ओदी मौत का बहुत दुख है। दुख तो हुण सारी उम्र ही रहना ताया जी। पहला तो एक्सीडेंट, हुण आ घटना। समझ नहीं आती आपां किसे दा की विगाड़िया। जे समझ आ जाए पुत राजनीति कादी की मतलब ताया जी? तेरा बाप मौके दा एमएलए सी, ओदे कई विरोधी सी। जो ये काम होया कोई भी कर सकदा उन्हां विचों। पर आपां नूं की पता लगू बरूद डैडी दे हेलीकॉप्टर च किहने लाया? फिकर ना कर पुत, पुलिस इंक्वायरी कर रही है। ये केस डीएसपी सूरज दे हत्थ है। सूरज बहुत ही काबिल अफसर है, उन्हें बड़े बड़े केस हल किए हैं। मैं जानती हां ताया जी, अक्सर टीवी ते ओदी कामयाबी दी न्यूज़ चल रही है। बस बेफिक्र हो जा पुत, अपने वाले केस चों बहुत जल्दी कामयाबी मिल जूगी। परमात्मा मेरे डैडी दी आत्मा नूं शांति देई। ਤੁਹਾਡੇ ਘੁੰਮਣ ਜਾਣ ਦਾ ਪ੍ਰੋਗਰਾਮ ਤਾਂ ਵਿੱਚ ਹੀ ਰਹਿ ਗਿਆ। ਸੂਰਜ ਪੱਲਵੀ ਨੂੰ ਤਾਂ ਬਹੁਤ ਬੁਰਾ ਲੱਗਿਆ ਹੋਊ। ਨਹੀਂ, ਇਹੋ ਜੀ ਤਾਂ ਕੋਈ ਗੱਲ ਨਹੀਂ। ਪੱਲਵੀ ਮੇਰੀ ਮਜਬੂਰੀ ਸਮਝਦੀ ਆ। ਵੈਸੇ ਵੀ ਉਹਨੇ ਤੇਰੀ ਗੱਲ ਮੰਨ ਹੀ ਲੈਣੀ ਸੀ। ਪੱਲਵੀ ਤੈਨੂੰ ਪਿਆਰ ਹੀ ਬਹੁਤ ਕਰਦੀ ਆ। ਹਾਂ ਇਹ ਗੱਲ ਤਾਂ ਹੈ। ਮੈਨੂੰ ਵੀ ਬਹੁਤ ਬੁਰਾ ਲੱਗ ਰਿਹਾ। ਵਿਚਾਰੀ ਨੂੰ ਘੁੰਮਣ ਜਾਣ ਦਾ ਬੜਾ ਸ਼ੌਕ ਸੀ। ਪੂਰੀ ਤਿਆਰੀ ਵੀ ਕਰ ਰੱਖੀ ਸੀ ਉਹਨੇ ਤਾਂ। ਜੈ ਹਿੰਦ ਸਰ। ਜੈ ਹਿੰਦ। ਬਘੇਲ ਸਿੰਘ ਕਿਵੇਂ ਆਉਣੇ ਹੋਏ? ਸਰ ਮੈਂ ਤੁਹਾਨੂੰ ਫੋਨ ਕਰ ਰਿਹਾ ਸੀਗਾ ਜੀ, ਫੋਨ ਲੱਗਿਆ ਹੀ ਨਹੀਂ। ਇਸ ਕਰਕੇ ਮੈਂ ਸੋਚਿਆ ਵੀ ਸਾਹਿਬ ਬਹਾਦਰ ਨੂੰ ਆਪ ਹੀ ਮਿਲੇ ਉਹਨਾਂ।
ਓਹੋ ਫੋਨ ਤਾਂ ਬੰਦ ਪਿਆ। ਚੱਲ ਤੂੰ ਦੱਸ ਕੀ ਕੰਮ ਆ? ਸਰ ਐਮਐਲਏ ਪ੍ਰਤਾਪ ਸਿੰਘ ਦੇ ਘਰੇ ਜਾਣਾ ਇਨਕੁਆਇਰੀ ਕਰਨ ਲਈ। ਉਹਨਾਂ ਦੇ ਘਰੇ ਆਪਾਂ ਕੱਲ ਚੱਲਾਂਗੇ। ਅੱਜ ਨਾ ਇਸ ਕੇਸ ਬਾਰੇ ਮੈਂ ਥੋੜੀ ਜਿਹੀ ਜਾਣਕਾਰੀ ਕਿਤੋਂ ਹੋਰ ਇਕੱਠੀ ਕਰਨੀ ਆ। ਓਕੇ ਸਰ, ਮੈਂ ਤੁਹਾਨੂੰ ਸਵੇਰੇ ਦਫ਼ਤਰ ਹੀ ਮਿਲਦਾ ਜੀ। ਚਲੋ ਚਲੋ ਕੀ ਮਤਲਬ ਤੂੰ ਵੀ ਨਾਲ ਚੱਲੇਂਗੀ? ਪਹਾੜਾਂ 'ਚ ਘੁੰਮਣ ਨਾ ਸਹੀ, ਉੱਥੇ ਤਾਂ ਨਾਲ ਜਾ ਹੀ ਸਕਦੀ ਆ। ਯਾਰਾ ਤਾਨੇ ਮਾਰਨ ਦੀ ਆਦਤ ਕਦੋਂ ਜਾਊ ਤੇਰੀ? ਜਦੋਂ ਮੇਰੇ ਬਿਨਾਂ ਕਹੇ ਹੀ ਤੂੰ ਮੈਨੂੰ ਹਰ ਜਗ੍ਹਾ ਤੇ ਨਾਲ ਲੈ ਕੇ ਜਾਇਆ ਕਰੇਂਗਾ। ਉਹ ਮੈਡਮ ਜੀ ਇਸ ਜਨਮ 'ਚ ਤਾਂ ਇਹ ਹੋ ਹੀ ਨਹੀਂ ਸਕਦਾ। ਚੱਲ ਅਗਲੇ ਜਨਮ 'ਚ ਸਹੀ। ਕੋਈ ਗੱਲ ਨਹੀਂ, ਮੈਂ ਇੰਤਜ਼ਾਰ ਕਰ ਲੂੰਗੀ। ਚਲੋ। ਓਕੇ ਓਕੇ ਓਕੇ। ਤੁਹਾਡੀ ਛੁੱਟੀ ਤੇ ਕੈਨਸਲ ਹੋ ਗਈ। ਹੁਣ ਤੁਸੀਂ ਆਈ ਬਿਜ਼ੀ ਰਹੋਗੇ, ਮੇਰੇ ਵੱਲ ਤਾਂ ਜਮਾਂ ਧਿਆਨ ਨਹੀਂ ਦਿੰਦੇ। ਤੁਹਾਡੀ ਨੌਕਰੀ ਤਾਂ ਮੇਰੀ ਸੌਕਣ ਆ। ਹੁਣ ਦੁਖੀ ਹੋਣ ਦਾ ਕੀ ਫਾਇਦਾ? ਤੈਨੂੰ ਵਿਆਹ ਤੋਂ ਪਹਿਲਾਂ ਹੀ ਪਤਾ ਤਾਂ ਸੀ ਮੇਰੀ ਨੌਕਰੀ ਬਾਰੇ। ਪਤਾ ਤਾਂ ਸੀ, ਪਰ ਕੀ ਕਰਦੀ, ਤੁਹਾਡੇ ਨਾਲ ਪਿਆਰ ਜੋ ਹੋ ਗਿਆ ਸੀ। ਤੇ ਹੁਣ ਪਿਆਰ ਖਤਮ ਹੋ ਗਿਆ? ਹੁਣ ਤਾਂ ਹੋਰ ਵੀ ਵੱਧ ਗਿਆ। ਨਾ ਜੀ ਇੰਨਾ ਹੀ ਪਿਆਰ ਕਰਦੀ ਆ ਫਿਰ ਸ਼ਿਕਾਇਤਾਂ ਕਿਉਂ ਕਰਦੀ ਰਹਿੰਦੀ ਆ? ਮੇਰੀ ਮਜਬੂਰੀ ਵੀ ਸਮਝਿਆ ਕਰ। ਠੀਕ ਹੈ ਜੀ, ਜਿਸ ਹਾਲ 'ਚ ਤੁਸੀਂ ਰੱਖੋਗੇ ਉਸੇ 'ਚ ਹੀ ਖੁਸ਼ ਰਹੂੰਗੀ। ਐਕਟਿੰਗ ਤਾਂ ਬੜੀ ਵਧੀਆ ਕਰ ਲੈਣੀ ਆ, ਫਿਲਮਾਂ 'ਚ ਕਿਉਂ ਨਹੀਂ ਚਲੀ ਜਾਂਦੀ? ਤੁਸੀਂ ਵੀ ਹੀਰੋ ਲੱਗਦੇ ਹੋ। ਚਲੋ ਦੋਵੇਂ ਫਿਲਮਾਂ 'ਚ ਚੱਲਦੇ ਆ, ਜੋੜੀ ਜਚੂਗੀ। ਜੋੜੀ ਤਾਂ ਆਪਣੀ ਜਾਚੀ ਗਈ, ਆਪਾਂ ਨੂੰ ਫਿਲਮਾਂ 'ਚ ਆਉਣ ਦੀ ਲੋੜ ਨਹੀਂ। ਨਾਲੇ ਹਾਂ, ਸਵੇਰੇ ਮੈਂ ਜਲਦੀ ਜਾਣਾ ਡਿਊਟੀ ਤੇ। ਠੀਕ ਆ ਜੀ, ਤੁਹਾਡਾ ਹੁਕਮ ਸਿਰ ਮੱਥੇ। ਮੈਂ ਹੀ ਡੀਐਸਪੀ ਸੂਰਜ ਆ ਤੇ ਮੈਂ ਪ੍ਰਤਾਪ ਸਿੰਘ ਦੇ ਭਰਾ ਵਿਕਰਮ ਨੂੰ ਮਿਲਣ ਗਿਆ। ਹਾਂਜੀ ਤਾਇਆ ਜੀ ਮੈਨੂੰ ਦੱਸ ਕੇ ਗਏ ਸੀ ਤੁਹਾਡੇ ਆਉਣ ਬਾਰੇ। ਮੈਂ ਪ੍ਰਤਾਪ ਸਿੰਘ ਦੀ ਬੇਟੀ ਸੀਰਤ ਆ। ਓਕੇ, ਵਿਕਰਮ ਸਿੰਘ ਆਪ ਕਿੱਥੇ ਆ? ਉਹਨਾਂ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਸੀ, ਲੁਧਿਆਣੇ ਦਵਾਈ ਲੈਣ ਗਏ ਆ। ਤੁਸੀਂ ਮੇਰੇ ਤੋਂ ਪੁੱਛ ਸਕਦੇ ਹੋ ਜੋ ਪੁੱਛਣਾ। ਤੇਰੇ ਡੈਡੀ ਦੀ ਕਿਸੇ ਨਾਲ ਦੁਸ਼ਮਣੀ ਸੀ? ਪੱਕੇ ਤੌਰ ਤੇ ਤਾਂ ਮੈਨੂੰ ਕੁਝ ਪਤਾ ਨਹੀਂ। ਹਾਂ, ਹੋ ਸਕਦਾ ਉਹਨਾਂ ਦੀ ਵਿਰੋਧੀ ਪਾਰਟੀ ਨੇ ਇਹ ਕੰਮ ਕੀਤਾ ਹੋਵੇ। ਇਹ ਤਾਂ ਤੇਰੀ ਸੋਚ ਆ, ਸੱਚਾਈ ਜਾਣਨ ਲਈ ਤਾਂ ਬੜੀ ਮਿਹਨਤ ਕਰਨੀ ਪਊ। ਮੇਰੇ ਡੈਡੀ ਦਾ ਖੂਨੀ ਬਚਣਾ ਨਹੀਂ ਚਾਹੀਦਾ। ਤੁਹਾਨੂੰ ਜਿੱਥੇ ਮੇਰੀ ਹੈਲਪ ਦੀ ਲੋੜ ਪਵੇ ਮੈਨੂੰ ਫੋਨ ਕਰ ਦੇਣਾ, ਮੈਂ ਪਹੁੰਚ ਜਾਊਂਗੀ। ਠੀਕ ਆ, ਆਪ ਗਏ ਸਿੰਘ ਜੀ ਸਰ। ਇਹਨਾਂ ਦਾ ਨੰਬਰ ਨੋਟ ਕਰੋ। ਓਕੇ ਜੀ। ਹਾਂਜੀ ਮੈਡਮ, ਦੱਸੋ ਨੰਬਰ। ਹੈਲੋ, ਹਾਂ ਪੁੱਤ, ਤੂੰ ਪੁੱਤ ਬੇਫਿਕਰ ਹੋ ਕੇ ਰਹਿ। ਜੇਕਰ ਤੈਨੂੰ ਕਿਸੇ ਚੀਜ਼ ਦੀ ਲੋੜ ਹੋਈ ਨਾ ਤਾਂ ਆਪਣੀ ਨਾਨੀ ਨੂੰ ਕਹਿ ਦੇਈਂ ਤੇ ਤੇਰੀਆਂ ਛੁੱਟੀਆਂ ਖਤਮ ਹੋਣ ਤੋਂ ਬਾਅਦ ਨਾ ਮੈਂ ਤੇ ਤੇਰੇ ਡੈਡੀ ਤੈਨੂੰ ਲੈਣ ਆਵਾਂਗੇ। ਦੋ ਮਿੰਟ ਪਹਿਲਾਂ ਆ ਜਾਂਦੇ। ਉਹ 2 ਮਿੰਟ ਪਹਿਲਾਂ ਆ ਜਾਂਦਾ, ਉਹ ਫਿਰ ਕੀ ਹੋ ਜਾਣਾ ਸੀਗਾ? ਮੈਂ ਤੁਹਾਡੀ ਰਾਜੂ ਨਾਲ ਗੱਲ ਕਰਾ ਦਿੰਦੀ, ਬਸ ਹੁਣੇ ਹੀ ਫੋਨ ਕੱਟਿਆ। ਉਹ ਕੋਈ ਗੱਲ ਨਹੀਂ, ਮੈਂ ਰਾਤ ਨੂੰ ਗੱਲ ਕਰ ਲੂੰਗਾ। ਵੈਸੇ ਉਹ ਕੀ ਕਹਿ ਰਿਹਾ ਸੀ? ਪੁੱਛ ਰਿਹਾ ਸੀ ਆਪਾਂ ਕਦੋਂ ਉਹਦੇ ਕੋਲੇ ਆਵਾਂਗੇ। ਫਿਰ ਕੀ ਕਿਹਾ ਤੂੰ? ਮੈਂ ਕਹਿਤਾ ਜਦੋਂ ਤੇਰੀਆਂ ਛੁੱਟੀਆਂ ਖਤਮ ਹੋ ਗਈਆਂ ਉਦੋਂ ਤੈਨੂੰ ਲੈਣ ਆ ਜਾਾਂਗੇ। ਚੱਲ ਚੰਗਾ ਕੀਤਾ। ਵੈਸੇ ਵੀ ਮੈਂ ਬਿਜੀ ਆ ਐਮਐਲਏ ਵਾਲੇ ਕੇਸ 'ਚ। ਸੂਰਜ ਤੇ ਪੱਲਵੀ ਤਾਂ ਚਲੇ ਗਏ ਹੋਣਗੇ ਘੁੰਮਣ। ਕਿੱਥੋਂ? ਹੁਣ ਤਾਂ ਸੂਰਜ ਸਰ ਦੀ ਛੁੱਟੀ ਕੈਨਸਲ ਹੋ ਗਈ। ਹੁਣ ਤਾਂ ਕੇਸ ਹੱਲ ਹੋਣ ਤੋਂ ਬਾਅਦ ਹੀ ਜਾਇਆ ਜਾਊਗਾ ਉਹਨਾਂ ਦੋਵਾਂ ਕੋਲੋਂ। ਕੇਸ ਕੀ ਪਤਾ ਕਦੋਂ ਹੱਲ ਹੋਣਾ, ਮੈਂ ਤਾਂ ਡੀਕਦੀ ਬੁੱਢੀ ਹੋ ਜੂ। ਯਾਰ ਮੈਨੂੰ ਲੱਗਦਾ ਤੈਨੂੰ ਮੇਰੇ ਤੇ ਯਕੀਨ ਹੀ ਨਹੀਂ ਰਿਹਾ। ਮੈਂ ਪਹਿਲਾਂ ਵੀ ਤਾਂ ਇੰਨੇ ਵੱਡੇ ਵੱਡੇ ਕੇਸ ਹੱਲ ਕੀਤੇ ਆ। ਉਦੋਂ ਗੱਲ ਹੋਰ ਸੀ, ਉਦੋਂ ਕੁਵਾਰੇ ਹੁੰਦੇ ਸੀ। ਹੁਣ ਤੁਹਾਨੂੰ ਮੇਰੀ ਵੀ ਟੈਨਸ਼ਨ ਆ। ਟੈਨਸ਼ਨ ਤਾਂ ਮੈਨੂੰ ਸਾਰੇ ਸ਼ਹਿਰ ਦੀ ਹੋਈ ਆ, ਪਰ ਤੂੰ ਫਿਕਰ ਨਾ ਕਰ, ਇਹ ਕੇਸ ਜਲਦੀ ਹੱਲ ਹੋ ਜੂ। ਫਿਰ ਚੱਲਦੇ ਆ ਘੁੰਮਣ। ਕੀ ਆ, ਐਮਐਲਏ ਇੱਕ ਦਿਨ ਲੇਟ ਨਹੀਂ ਮਾਰ ਸਕਦਾ ਸੀਗਾ? ਸਾਰਾ ਹੀ ਮੂਡ ਖਰਾਬ ਕਰਤਾ ਹੈਗਾ। ਤੇਰਾ ਮੂਡ ਤਾਂ ਫਿਰ ਵੀ ਠੀਕ ਹੋ ਜੂ, ਪਰ ਉਹ ਵਿਚਾਰਾ ਤਾਂ ਜਾਨ ਤੋਂ ਗਿਆ। ਚਲੋ ਇਹ ਗੱਲ ਨੂੰ ਇੱਥੇ ਹੀ ਖਤਮ ਕਰ ਦੋ। ਚਲੋ ਬਾਜ਼ਾਰ ਚੱਲਦੇ ਆ, ਮੇਰਾ ਨਾ ਗੋਲ ਗੱਪੇ ਖਾਣ ਨੂੰ ਬੜਾ ਹੀ ਮਨ ਕਰਦਾ। ਠੀਕ ਆ ਮੈਡਮ ਜੀ, ਚਲੋ, ਕਿਉਂਕਿ ਜੇ ਮੈਂ ਜਵਾਬ ਦੇਤਾ ਤੇਰਾ ਮੂਡ ਖਰਾਬ ਹੋ ਜਾਣਾ। ਵੈਰੀ ਗੁੱਡ, ਚਲੋ ਜਲਦੀ।
ਮੈਡਮ ਜੀ ਉਹ ਕੁਆਰੇ ਹੁੰਦੇ ਸੀ, ਹੁਣ ਉਹਨਾਂ ਦਾ ਵਿਆਹ ਹੋ ਗਿਆ। ਤੁਹਾਨੂੰ ਪਤਾ ਹੀ ਹੈ ਜੀ, ਵਿਆਹ ਬੰਦੇ ਨੂੰ 100 ਟੈਨਸ਼ਨਾਂ ਹੁੰਦੀਆਂ। ਮੈਨੂੰ ਕੀ ਪਤਾ, ਮੇਰਾ ਕਿਹੜਾ ਵਿਆਹ ਹੋਇਆ? ਨਹੀਂ ਹੋਇਆ ਤਾਂ ਕਰਾ ਲਓ ਮੈਡਮ ਜੀ ਕਿਸੇ ਨਾਲ। ਸੂਰਜ ਸਰ ਤਾਂ ਹੁਣ ਪਾਲੀ ਮੈਡਮ ਨਾਲ ਪਰਮਨੈਂਟ ਬੁੱਕ ਹੋ ਗਿਆ। ਸੂਰਜ ਨਾਲ ਮੇਰੀ ਦੋਸਤੀ ਤਾਂ ਹੈ ਹੀ ਆ, ਤੇ ਹਮੇਸ਼ਾ ਹੀ ਰਹੂਗੀ। ਗੁੱਡ ਮਾਰਨਿੰਗ ਸਰ ਜੀ। ਬੈਠੋ। ਗੁੱਡ ਮਾਰਨਿੰਗ ਨੇਹਾ ਮੈਡਮ, ਕਿਵੇਂ ਅੱਜ ਸਵੇਰ ਹੀ ਦਰਸ਼ਨ ਦੇਤੇ? ਕੀ ਕਰਾਂ, ਤੁਹਾਡੇ ਬਿਨਾਂ ਗੁਜ਼ਾਰਾ ਹੀ ਨਹੀਂ ਹੁੰਦਾ। ਕੀ ਮਤਲਬ? ਖਬਰ ਚਾਹੀਦੀ ਸੀ, ਕੱਲ ਤੁਸੀਂ ਪ੍ਰਤਾਪ ਸਿੰਘ ਦੇ ਘਰੇ ਗਏ ਸੀ ਨਾ? ਗਿਆ ਤਾਂ ਸੀ, ਪਰ ਕੁਝ ਖਾਸ ਇਨਫੋਰਮੇਸ਼ਨ ਨਹੀਂ ਮਿਲੀ। ਅੱਜ ਸ਼ਾਮ ਨੂੰ ਫੇਰ ਜਾਊਂਗਾ। ਮੈਨੂੰ ਵੀ ਨਾਲ ਲੈ ਚੱਲਿਓ, ਹੋ ਸਕਦਾ ਮੈਨੂੰ ਵੀ ਕੋਈ ਕੰਮ ਦੀ ਖਬਰ ਮਿਲ ਜੇ। ਓਕੇ ਬਘੇਲ, ਹਾਂਜੀ ਸਰ। ਐ ਕਰੀ, ਮੇਰੇ ਨਾਲ ਨੇਹਾ ਚਲੀ ਜਾਊਗੀ ਸ਼ਾਮ ਨੂੰ, ਤੂੰ ਨਾ ਉਦੇ ਸਿੰਘ ਦੀ ਕੋਠੀ ਚਲਾ ਜਾਈਂ। ਮੈਂ ਉਸ ਦਿਨ ਗਿਆ ਸੀਗਾ, ਉਸ ਦਿਨ ਉਹ ਦਿੱਲੀ ਗਿਆ ਵਾ ਸੀ, ਆ ਮੇਰੇ ਖਿਆਲ ਚ ਹੁਣ ਆ ਗਿਆ ਹੋਊਗਾ। ਠੀਕ ਹੈ ਸਰ, ਤੁਸੀਂ ਤੇ ਮੈਡਮ ਜਾਓ ਪ੍ਰਤਾਪ ਸਿੰਘ ਦੇ ਘਰੇ, ਮੈਂ ਮਿਲਦਾ ਉਹਦੇ ਸਿੰਘ ਨੂੰ। ਅਗਰ ਡੀਐਸਪੀ ਸੂਰਜ ਨੂੰ ਮੇਰੇ ਤੇ ਸ਼ੱਕ ਹੁੰਦਾ ਬੱਲਿਆ ਤਾਂ ਮੈਨੂੰ ਕਦੋਂ ਦਾ ਗ੍ਰਿਫਤਾਰ ਕਰ ਲੈਂਦਾ। ਅਗਰ ਉਸ ਨੂੰ ਤੁਹਾਡੇ ਤੇ ਸ਼ੱਕ ਨਹੀਂ ਸੀ ਤੇ ਉਸ ਦਿਨ ਕੋਠੀ ਕੀ ਆਇਆ ਸੀ? ਆਖਰ ਵਿਰੋਧੀ ਧਿਰ ਦਾ ਨੇਤਾ ਪੁੱਛਗਿੱਛ ਕਰਨ ਆਉ, ਪਰ ਮੈਂ ਦਿੱਲੀ ਸੀ ਬੱਲਿਆ। ਹੁਣ ਤੁਸੀਂ ਵਾਪਸ ਤੇ ਆ ਗਏ ਹੋ, ਇਹ ਖਬਰ ਉੱਥੇ ਪਹੁੰਚ ਗਈ ਹੋ, ਉਹ ਫਿਰ ਵਾਪਸ ਆਊ। ਆ ਜਾਣ ਦੇ, ਕੀ ਫਰਕ ਪੈਂਦਾ? ਉਹਦੇ ਕੋਲ ਕਿਹੜਾ ਕੋਈ ਸਬੂਤ ਆ ਕਿ ਪ੍ਰਤਾਪ ਦਾ ਕਤਲ ਮੈਂ ਕੀਤਾ? ਬੇਸ਼ੱਕ ਤੁਹਾਡੇ ਖਿਲਾਫ ਉਹਦੇ ਕੋਲ ਸਬੂਤ ਨਹੀਂ, ਫਿਰ ਵੀ ਬਚ ਕੇ ਰਹੋ। ਡੀਐਸਪੀ ਸੂਰਜ ਤੋਂ ਬਹੁਤ ਚਲਾਕ ਅਫਸਰ ਹੈ। ਕਾਤਲ ਬਹੁਤ ਚਲਾਕ ਲੱਗਦਾ, ਤਾਂ ਹੀ ਕੋਈ ਸਬੂਤ ਨਹੀਂ ਮਿਲ ਰਿਹਾ। ਕਾਤਲ ਤਾਂ ਸਾਰੇ ਚਲਾਕ ਹੀ ਹੁੰਦੇ ਆ, ਫੇਰ ਵੀ ਫੜੇ ਜਾਂਦੇ ਆ, ਕਿਉਂਕਿ ਉਹ ਗੁਨਾਹ ਕਰਨ ਵੇਲੇ ਕੋਈ ਨਾ ਕੋਈ ਸਬੂਤ ਛੱਡ ਹੀ ਦਿੰਦੇ ਆ। ਡੈਡੀ ਦਾ ਕਤਲ ਜਿਸ ਤਰ੍ਹਾਂ ਹੋਇਆ, ਮੈਨੂੰ ਨਹੀਂ ਲੱਗਦਾ ਕੋਈ ਸਬੂਤ ਮਿਲੂ। ਸਬੂਤ ਲੱਭਣਾ ਮੇਰਾ ਕੰਮ ਆ, ਉਹਦੀ ਟੈਨਸ਼ਨ ਤੁਸੀਂ ਨਾ ਲਓ। ਹਾਂ ਐਂ ਦੱਸੋ, ਤੁਹਾਡੇ ਤਾਇਆ ਜੀ ਅੱਜ ਵੀ ਨਹੀਂ ਦਿਖ ਰਹੇ? ਉਹ ਆਪਣੀ ਵੀਲਚੇਅਰ ਠੀਕ ਕਰਵਾਉਣ ਗਏ ਆ, ਉਹਨਾਂ ਦੀਆਂ ਦੋਵੇਂ ਲੱਤਾਂ ਖਰਾਬ ਨੇ, ਤੁਰ ਨਹੀਂ ਸਕਦੇ। ਹਾਂ, ਮੈਨੂੰ ਉਹਨਾਂ ਬਾਰੇ ਪਤਾ ਲੱਗਿਆ ਵੀ ਇੱਕ ਐਕਸੀਡੈਂਟ 'ਚ ਉਹਨਾਂ ਦਾ ਇਹ ਹਾਲ ਹੋ ਗਿਆ। ਪਹਿਲਾਂ ਤਾਂ ਠੀਕ ਹੀ ਹੁੰਦੇ ਸੀ, ਇਹ ਐਕਸੀਡੈਂਟ ਵੀ ਕਿਸੇ ਦੁਸ਼ਮਣ ਨੇ ਕਰਾਇਆ ਹੈ। ਬਸ ਥੋੜਾ ਟਾਈਮ ਵੇਟ ਕਰੋ, ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਮੈਂ ਖੁਦ ਦਊਂ। ਇਸ ਗੱਲ ਦੀ ਗਾਰੰਟੀ ਤਾਂ ਮੈਂ ਲੈਣੀ ਆ, ਸੂਰਜ ਜੋ ਵੀ ਕਹਿੰਦਾ ਉਹ ਕਰਕੇ ਦਿਖਾਉਂਦਾ। ਤੁਸੀਂ ਜ਼ਿਆਦਾਤਰ ਸੂਰਜ ਦੇ ਨਾਲ ਹੀ ਰਹਿੰਦੇ ਹੋ? ਬਿਲਕੁਲ, ਇਹ ਡੀਐਸਪੀ ਨੇ ਤੇ ਮੈਂ ਇੱਕ ਕ੍ਰਾਈਮ ਰਿਪੋਰਟਰ, ਸਾਡਾ ਸਾਥ ਤਾਂ ਬਣ ਹੀ ਜਾਂਦਾ। ਜਮਾ ਸਹੀ ਜਵਾਬ ਆ ਤੁਹਾਡਾ ਸੂਰਜ ਸਰ। ਮੇਰਾ ਨੰਬਰ ਤਾਂ ਤੁਸੀਂ ਉਸ ਦਿਨ ਲੈ ਹੀ ਲਿਆ ਸੀ, ਅੱਜ ਆਪਣਾ ਨੰਬਰ ਵੀ ਦੇ ਦਿਓ। ਮੈਂ ਆਪਣੇ ਲੈਵਲ ਤੇ ਇਨਕੁਆਇਰੀ ਕਰ ਰਹੀ ਹਾਂ, ਜੇਕਰ ਕੋਈ ਸਬੂਤ ਮਿਲੂ ਤਾਂ ਮੈਂ ਤੁਹਾਨੂੰ ਫੋਨ ਕਰ ਦੂੰ। ਓਕੇ ਠੀਕ ਆ, ਕਰੋ ਨੋਟ। ਤੁਸੀਂ ਆ ਗਏ ਜੀ? ਚਲੋ ਫਟਾਫਟ ਤਿਆਰ ਹੋਇਓ, ਮੰਮੀ ਦੇ ਘਰ ਚੱਲਣਾ। ਜਾਣਾ ਬਹੁਤ ਜ਼ਰੂਰੀ ਆ। ਨਾ ਭਲਾ ਆ ਕੀ ਸਵਾਲ ਹੋਇਆ? ਦਰਅਸਲ ਐਮਐਲਏ ਵਾਲਾ ਕੇਸ ਆ ਨਾ ਜਿਹੜਾ, ਉਹਦੇ 'ਚ ਮੈਂ ਸਰਪੰਚ ਦਰਸ਼ਨ ਸਿੰਘ ਨੂੰ ਮਿਲਣਾ। ਮੈਨੂੰ ਮੇਰੇ ਪੇਕੇ ਪਿੰਡ ਤੇ ਛੱਡ ਕੇ ਆ ਸਕਦੇ ਆ ਕਿ ਉਹਦੇ ਲਈ ਵੀ ਟਾਈਮ ਹੈ ਨਹੀਂ? ਤੇਰੇ ਲਈ ਤਾਂ ਟਾਈਮ ਹੀ ਟਾਈਮ ਆ, ਪਰ ਤੁਹਾਡੀ ਡਿਊਟੀ ਤਾਂ ਮੇਰੇ ਨਾਲੋਂ ਜ਼ਿਆਦਾ ਜ਼ਰੂਰੀ ਹੈ, ਇਹੀ ਕਹਿਣਾ ਚਾਹੁੰਦੇ ਹੋ? ਪਲ ਵੀ ਗੱਲ ਸਮਝਣ ਦੀ ਕੋਸ਼ਿਸ਼ ਕਰ ਯਾਰ। ਇੱਕ ਵੀਆਈਪੀ ਦਾ ਕਤਲ ਹੋਇਆ, ਮੇਰੇ ਤੇ ਪ੍ਰੈਸ਼ਰ ਬਹੁਤ ਆ। 3 ਦਿਨ ਤੋਂ ਐਸਐਸਪੀ ਸਰ ਦੇ ਫੋਨ ਆ ਰਿਹਾ, ਕੇਸ ਦਾ ਕੀ ਹੋਇਆ? ਤੁਸੀਂ ਜਾਓ ਆਪਣੇ ਕੇਸ ਦਾ ਕੁਝ ਬਣਾਓ, ਮੈਂ ਤਾਂ ਕੱਲੀ ਚਲੀ ਜਾਉ। ਬਾਪ ਰੇ, ਇੰਨਾ ਗੁੱਸਾ? ਸ਼ਾਂਤ ਹੋ ਜਾ, ਨਹੀਂ ਤਾਂ ਬੀਪੀ ਵੱਧ ਜਾਊਗਾ। ਚੱਲ ਚੱਲਦੇ ਆ ਮੇਰੇ ਸਹੁਰੇ ਪਿੰਡ। ਜੇ ਆਉਣ ਸਾਰੀ ਹਾਂ ਕਰ ਦਿੰਦੇ ਤਾਂ ਫਿਰ ਠੀਕ ਨਹੀਂ ਸੀ? ਜੇ ਪਹਿਲੇ ਹੀ ਹਾਂ ਕਰ ਦਿੰਦਾ ਫਿਰ ਤੇਰੀ ਸੋਹਣੀ ਜੀ ਸ਼ਕਲ ਤੇ ਇੰਨਾ ਗੁੱਸਾ ਕਿਵੇਂ ਦੇਖਦਾ? ਅਸੀਂ ਲਗਾਤਾਰ ਪੁੱਛਗਿੱਛ ਕਰ ਰਹੇ ਹਾਂ, ਕਿਤੇ ਨਾ ਕਿਤੇ ਤੁਹਾਡੇ ਨਾਲ ਵੀ ਸਾਹਮਣੇ ਆਉਂਦਾ। ਆਖਰ ਰਾਜਨੀਤੀ 'ਚ ਉਹ ਸਾਡਾ ਵਿਰੋਧੀ ਸੀ, ਇਸ ਲਈ ਉਹਦੇ ਮਰਨ ਤੇ ਹਰ ਕੋਈ ਸਾਡੇ ਤੇ ਸ਼ੱਕ ਕਰਦਾ। ਸੱਜਣਾ, ਸ਼ੱਕ ਵੀ ਕਿਸੇ ਗੱਲ ਤੇ ਹੁੰਦਾ। ਇਸ ਗੱਲ ਨੂੰ ਤਾਂ ਪੂਰਾ ਇਲਾਕਾ ਜਾਣਦਾ। ਥਾਣੇਦਾਰ ਆ, ਉਹਦੇ ਨਾਲ ਸਾਡਾ ਜ਼ਮੀਨ ਦਾ ਰੌਲਾ ਸੀ, ਇਸ ਲਈ ਉਸ ਵਿਚਾਰੇ ਨੂੰ ਤੁਸੀਂ ਦੁਨੀਆ ਤੇ ਚੱਲਦਾ ਕਰਤਾ। ਬਿਨਾਂ ਗੱਲ ਤੋਂ ਸਾਡੇ ਤੇ ਇਲਜ਼ਾਮ ਲਾਉਣਾ ਥਾਣੇਦਾਰਾ ਤੈਨੂੰ ਮਹਿੰਗਾ ਪੈ ਜਾਊਗਾ। ਤੂੰ ਮੈਨੂੰ ਧਮਕੀ ਦੇ ਰਿਹਾ? ਕੁਝ ਵੀ ਸਮਝ ਲੈ ਥਾਣੇਦਾਰਾ, ਸਾਨੂੰ ਫਰਕ ਨਹੀਂ ਪੈਂਦਾ। ਪੁਲਿਸ ਦੀ ਕੁੱਟ ਤਾਂ ਵੱਡਿਆਂ ਵੱਡਿਆਂ ਨੂੰ ਫਰਕ ਪਾ ਦਿੰਦੀ ਹੈ। ਤੁਹਾਡੇ ਨਾਲ ਜਲਦੀ ਮੁਲਾਕਾਤ ਹੋਊਗੀ। ਉਹ ਜ਼ਿਆਦਾ ਹੀ ਬੋਲ ਗਿਆ। ਜਦੋਂ ਗਿੱਦੜ ਦੀ ਮੌਤ ਆਉਂਦੀ ਆ ਤਾਂ ਉਹ ਸ਼ਹਿਰ ਵੱਲ ਭੱਜਦਾ,
ਜਦੋਂ ਸਾਡੇ ਦੁਸ਼ਮਣ ਦੀ ਮੌਤ ਆਉਂਦੀ ਆ ਤਾਂ ਉਹ ਭੌਂਕਣਾ ਸ਼ੁਰੂ ਕਰ ਦਿੰਦੇ ਨੇ। ਜ਼ਮੀਨ ਨੂੰ ਲੈ ਕੇ ਦੋਹਾਂ ਧਿਰਾਂ 'ਚ ਰੌਲਾ ਪੈ ਗਿਆ ਸੀ। ਵੇਚਣ ਜਾਂ ਖਰੀਦਣ ਨੂੰ ਲੈ ਕੇ? ਉਹਦੇ ਤੇ ਪ੍ਰਤਾਪ ਨੇ ਸਾਂਝੀ ਜ਼ਮੀਨ ਖਰੀਦੀ ਸੀ, ਵੇਚਣ ਵੇਲੇ ਪੈਸਿਆਂ ਨੂੰ ਲੈ ਕੇ ਰੌਲਾ ਪੈ ਗਿਆ। ਤੁਹਾਨੂੰ ਲੱਗਦਾ ਵੀ ਉਹਦੇ ਨੇ ਪ੍ਰਤਾਪ ਨੂੰ ਮਾਰਿਆ? ਕਹਿ ਨਹੀਂ ਸਕਦੇ, ਉਹਦੇ ਦਾ ਰਿਕਾਰਡ ਤਾਂ ਖਰਾਬ ਹੀ ਹੈ। ਉਹ ਇੱਕ ਨੰਬਰ ਦਾ ਵੈਲੀ ਹੈ ਜੀ। ਯਾਨੀ ਕਿ ਇਹ ਕਾਂਡ ਉਹ ਕਰ ਸਕਦਾ? ਵੇਖੋ ਡੀਐਸਪੀ ਸਾਹਿਬ, ਸਚਾਈ ਤਾਂ ਰੱਬ ਜਾਣਦਾ, ਪਰ ਉਸ ਟਾਈਮ ਸਾਰਾ ਕਸੂਰ ਉਦੈ ਸਿੰਘ ਦਾ ਹੀ ਸੀ। ਜਦੋਂ ਇਹ ਝਗੜਾ ਹੋਇਆ ਉਦੋਂ ਤੁਸੀਂ ਸਰਪੰਚ ਸੀ? ਨਹੀਂ ਡੀਐਸਪੀ ਸਾਹਿਬ, ਇਹ ਗੱਲ ਮੇਰੇ ਸਰਪੰਚ ਬਣਨ ਤੋਂ ਪਹਿਲਾਂ ਦੀ ਹੈ। ਪਰ ਇਹ ਸਾਰੀ ਗੱਲ ਮੈਂ ਤਾਂ ਜਾਣਦਾ, ਉਸ ਟਾਈਮ ਮੈਂ ਪੰਚਾਇਤ ਮੈਂਬਰ ਸੀਗਾ ਜੀ। ਜੇ ਤੁਹਾਡੀ ਗੱਲ ਸਹੀ ਆ ਤਾਂ ਉਹਦੇ ਕਸੂਰਵਾਰ ਹੋ ਸਕਦਾ ਆ। ਬਾਕੀ ਮੈਨੂੰ ਪਤਾ ਹੀ ਲੱਗ ਜੂ, ਮੈਂ ਬਘੇਲ ਸਿੰਘ ਨੂੰ ਉਹਦੇ ਕੋਲੇ ਭੇਜਿਆ ਵਾ। ਡੀਐਸਪੀ ਸਾਹਿਬ, ਮੈਂ ਪੂਰੀ ਤਰ੍ਹਾਂ ਤੁਹਾਡੇ ਨਾਲ ਆ। ਜਦੋਂ ਵੀ ਮੇਰੀ ਲੋੜ ਹੋਵੇ ਅੱਧੀ ਰਾਤ ਮੈਨੂੰ ਆਵਾਜ਼ ਮਾਰ ਲਿਓ, ਮੈਂ ਤਿਆਰ ਹੀ ਰਹਾਂਗਾ। ਬਾਕੀ ਪਿੰਡ ਦਾ ਸਰਪੰਚ ਹੋਣ ਦੇ ਨਾਤੇ ਇਹ ਮੇਰਾ ਫਰਜ਼ ਬਣਦਾ ਵੀ ਜਿੱਥੇ ਮੇਰੇ ਪਿੰਡ ਦੀ ਭਲਾਈ ਹੋਵੇ ਮੈਂ ਉਸ ਗੱਲ ਦਾ ਸਾਥ ਦੇਵਾਂ। ਸੂਰਜ, ਮੈਨੂੰ ਇਹਨਾਂ ਦੀ ਗੱਲ ਸਹੀ ਲੱਗਦੀ ਆ। ਚਲੋ ਬਘੇਲ ਸਿੰਘ ਜੀ ਤੋਂ ਪਤਾ ਕਰਦੇ ਆ ਉਦੈ ਸਿੰਘ ਦੇ ਘਰ ਕੀ ਗੱਲ ਹੋਈ। ਓਏ ਕੀ ਚਾਹੀਦਾ ਤੈਨੂੰ? ਮੇਰਾ ਰਸਤਾ ਰੋਕਿਆ? ਤੇਰੀ ਜ਼ਬਾਨ ਉਹ ਕੋਈ ਜ਼ਿਆਦਾ ਲੰਬੀ ਹੋ ਗਈ, ਉਹਨੂੰ ਮੈਂ ਕੱਟ ਕੇ ਛੋਟੀ ਕਰਨ ਆਇਆ। ਦੇਖੀ ਕਿਤੇ ਪੁੱਠਾ ਪੰਗਾ ਨਾ ਲੈ ਲਈ, ਤੇਰੀ ਕਿਸੇ ਨੇ ਜ਼ਮਾਨਤ ਨਹੀਂ ਕਰਾਉਣੀ। ਜ਼ਬਾਨ ਦੀ ਲੋੜ ਤਾਂ ਉਦੋਂ ਪਊ ਜਦੋਂ ਮੈਂ ਫੜਿਆ ਗਿਆ। ਕੋਈ ਦਿਖਾਈ ਤਾਂ ਦੇ ਨਹੀਂ ਰਿਹਾ, ਜਗ੍ਹਾ ਤਾਂ ਆਹੀ ਸੀ। ਤੂੰ ਹੀ ਮੈਨੂੰ ਫੋਨ ਕਰਕੇ ਇੱਥੇ ਬੁਲਾਇਆ ਸੀ ਨਾ? ਹਾਂ, ਮੈਂ ਹੀ ਬੁਲਾਇਆ ਸੀ। ਚੰਗਾ ਕੀਤਾ ਤੂੰ ਆ ਗਈ। ਕੌਣ ਹੈ ਮੇਰੇ ਡੈਡੀ ਦਾ ਕਾਤਲ? ਕਿਹਨੇ ਲਾਇਆ ਸੀ ਹੈਲੀਕਾਪਟਰ 'ਚ ਬਰੂਦ? ਤੂੰ ਕਿਹਾ ਸੀ ਨਾ ਫੋਨ ਤੇ ਵੀ ਦੱਸੂਗਾ। ਮੈਂ ਤੈਨੂੰ ਉਹ ਤੇਰੇ ਡੈਡੀ ਕੋਲ ਹੀ ਭੇਜ ਦਿੰਨਾ, ਉਹਨੂੰ ਹੀ ਪੁੱਛ ਲਈ ਕਿਹਨੇ ਮਾਰਿਆ ਉਹਨੂੰ। ਓਏ ਤੂੰ ਕੀ ਸੋਚਿਆ ਇਹ ਤੇਰੇ ਬੁਲਾਉਣ ਤੇ ਐਵੇਂ ਆ ਗਈ? ਇਹਨੂੰ ਮੈਂ ਭੇਜਿਆ ਸੀ। ਡੀਐਸਪੀ ਸੂਰਜ ਨਾ ਆਇਆ ਮੇਰਾ। ਜਦੋਂ ਮੈਂ ਆਪਦੀ ਆਈ ਤੇ ਆ ਜਾਣਾ, ਤੇਰੇ ਵਰਗੇ ਮੁਜਰਮਾਂ ਨੂੰ ਤਾਂ ਮੈਂ ਹਿਲਾ ਕੇ ਸਵਾਹ ਕਰ ਦਿੰਨਾ। ਹੁਣ ਦੇਂਗਾ ਮੇਰੇ ਸਵਾਲਾਂ ਦਾ ਜਵਾਬ ਜਾਂ ਹੋਰ ਸੇਵਾ ਕਰਵਾਉਣੀ ਆ? ਅਗਰ ਨਹੀਂ ਮਰਨਾ ਚਾਹੁੰਦਾ ਨਾ ਤਾਂ ਫਟਾਫਟ ਬੋਲ ਦੇ। ਐਮਐਲਏ ਪ੍ਰਤਾਪ ਦੇ ਕਤਲ ਬਾਰੇ ਤੂੰ ਕੀ ਜਾਣਦਾ? ਨਹੀਂ ਤਾਂ ਫਿਰ ਗੋਲੀ, ਨਹੀਂ ਤਾਂ ਮੈਂ ਸਭ ਦੱਸਦਾ ਤੁਹਾਨੂੰ। ਇਹ ਵਿਚਾਰਾ ਤਾਂ ਕੁੱਤੇ ਦੀ ਮੌਤ ਮਾਰਿਆ ਗਿਆ, ਫੇਰ ਵੀ ਐਕਟਿਵ ਰਹੀ। ਮੈਨੂੰ ਨਹੀਂ ਲੱਗਦਾ ਸੂਰਜ, ਤੇਰੇ ਹੁੰਦੇ ਮੈਨੂੰ ਕਿਸੇ ਤੋਂ ਡਰਨ ਦੀ ਲੋੜ ਆ। ਅਜੇ ਤਾਂ ਬਚਤ ਰਹੇਗੀ। ਜੇ ਜ਼ਿਆਦਾ ਸੱਟ ਲੱਗ ਜਾਂਦੀ ਤਾਂ 6 ਮਹੀਨੇ ਦੀ ਛੁੱਟੀ ਲੈਣੀ ਪੈਣੀ ਸੀ। ਤੂੰ 6 ਮਹੀਨੇ ਦੀ ਗੱਲ ਕਰਦੀ ਆ,
ਮੈਨੂੰ ਲੱਗਦਾ ਇਹ ਪੱਕੀ ਛੁੱਟੀ ਹੋਣੀ ਸੀ, ਸਿੱਧਾ ਰੱਬ ਘਰ ਪਹੁੰਚ ਜਾਣਾ ਸੀਗਾ। ਨਾ ਬੋਲੋ ਮਾੜੇ ਬੋਲ, ਪਹਿਲਾਂ ਹੀ ਮੰਜੇ ਤੇ ਪਈ ਆ। ਹੁਣ ਤੂੰ ਜੋ ਮਰਜ਼ੀ ਕਹੀ ਜਾ, ਪਰ ਮੈਂ ਬੱਚਾ ਮੌਤ ਦੇ ਮੂੰਹ ਚੋਂ ਹੀ ਆ। ਜੇ ਇੰਨਾ ਹੀ ਡਰ ਲੱਗਦਾ ਮਰਨ ਤੋਂ, ਪੁਲਿਸ ਦੀ ਨੌਕਰੀ ਛੱਡੋ, ਬੈਟਰੀ ਵਾਲਾ ਰਕਸ਼ਾ ਲੈ ਲਓ, ਆਪਣਾ ਵਧੀਆ ਗੁਜ਼ਾਰਾ ਹੋਊ। ਯਾਰ ਬੇਕਾਰ ਸਲਾਹ ਨਾ ਦੇ, ਤੂੰ ਜਾ ਜਾ ਕੇ ਚਾਹ ਬਣਾ। ਠੀਕ ਹੈ ਜੀ, ਹੁਣੇ ਲਓ। ਬਿੱਟੂ ਘਰੇ ਆ ਜਾ ਲੱਗਿਆ ਪੁੱਤ। ਪੋਤਾ ਉਹਦੇ ਨਾਨਕੇ ਘਰੇ ਗਿਆ, ਛੁੱਟੀਆਂ ਖਤਮ ਹੋਣਗੀਆਂ ਫੇਰ ਹੀ ਮੁੜੂਗਾ। ਠੀਕ ਹੈ ਅੰਕਲ ਜੀ, ਜਦੋਂ ਬਿੱਟੂ ਆ ਗਿਆ ਮੇਰੇ ਘਰੇ ਘੱਲ ਦਿਆ ਜੀ। ਠੀਕ ਹੈ ਪੁੱਤ। ਅਰਜੁਨ ਕਿਵੇਂ ਆਇਆ ਸੀ? ਬਿੱਟੂ ਨੂੰ ਮਿਲਣ ਆਇਆ ਸੀਗਾ, ਮੈਂ ਦੱਸਤਾ ਨਾਨਕੇ ਘਰੇ ਗਿਆ, ਮੁੜਿਆ ਹੋਊਗਾ। ਚਲੋ ਠੀਕ ਆ, ਫਟਾਫਟ ਚਾਹ ਪੀ ਲਓ, ਡਾਕਟਰ ਕੋਲ ਚੈੱਕਅਪ ਕਰਵਾਉਣ ਲਈ ਜਾਣਾ। ਕੀ ਗੱਲ ਪੁੱਤ, ਸੂਰਜ ਤੈਨੂੰ ਛੱਡਣ ਆਇਆ ਸਵੇਰੇ, ਬਿਨਾਂ ਚਾਹ ਪੀਤੇ ਚਲਾ ਗਿਆ? ਉਹਨਾਂ ਦਾ ਕੋਈ ਜ਼ਰੂਰੀ ਫੋਨ ਆ ਗਿਆ ਸੀ, ਚਾਹ ਪੀਤੇ ਬਿਨਾਂ ਹੀ ਚਲੇ ਗਏ। ਨਾ ਇੰਨਾ ਵੀ ਕੀ ਜ਼ਰੂਰੀ ਕੰਮ ਸੀ, ਮੂੰਹ ਮੱਥੇ ਦਾ ਬੰਦਾ ਲੱਗਦਾ ਹੀ ਆ। ਤੇ ਕਿਤੇ ਤੁਹਾਡੇ ਦੋਨਾਂ 'ਚ ਲੜਾਈ ਤਾਂ ਨਹੀਂ ਹੋਗੀ? ਨਹੀਂ ਮੰਮੀ, ਤੂੰ ਵੀ ਕੀ ਸੋਚਦੀ ਰਹਿੰਦੀ ਆ? ਕੋਈ ਲੜਾਈ ਨਹੀਂ ਹੋਈ, ਉਹ ਕਿੰਨੇ ਵੱਡੇ ਅਫਸਰ ਨੇ, 100 ਤਰ੍ਹਾਂ ਦੀ ਐਮਰਜੈਂਸੀ ਹੁੰਦੀ ਆ। ਗੁੱਸੇ ਕਿਉਂ ਨਹੀਂ ਹੈ ਪੁੱਤ, ਮੈਂ ਤਾਂ ਸੁੱਤੇ ਸੁਭਾਅ ਗੱਲ ਕੀਤੀ ਸੀ। ਇਹ ਗੱਲ ਇੱਥੇ ਹੀ ਖਤਮ ਕਰ ਮੰਮੀ, ਸ਼ਾਮ ਤੱਕ ਉਹ ਆਈ ਜਾਣਗੇ ਮੇਰੇ ਕੋਲੇ। ਐਂ ਦੱਸ ਭਾਬੀ ਕਦੋਂ ਆਊ ਪੇਕਿਆਂ ਤੋਂ? ਅਜੇ ਕੱਲ ਹੀ ਤਾਂ ਗਈ ਆ, 8-10 ਦਿਨ ਲਾ ਕੇ ਆਊਗੀ ਪੁੱਤ। ਚਲ ਕੋਈ ਗੱਲ ਨਹੀਂ ਮੰਮੀ, ਵਿਚਾਰੀ ਗਈ ਵੀ ਤਾਂ 2 ਸਾਲ ਬਾਅਦ ਆ ਨਾ। ਹਾਂ ਇਹ ਤਾਂ ਹੈ ਪੁੱਤ, ਤੇਰੇ ਖਾਣ ਨੂੰ ਕੀ ਬਣਾਵਾਂ? ਅਜੇ ਭੁੱਖ ਨਹੀਂ ਮੰਮੀ, ਸੂਰਜ ਨੂੰ ਆ ਜਾਂਦੇ ਫਿਰ ਇਕੱਠੇ ਹੀ ਖਾਵਾਂਗੇ। ਸੂਰਜ ਸਰ, ਮੇਰੀ ਧੀ ਦੀ ਜਾਨ ਨਹੀਂ ਬਚਾਈ, ਮੇਰੀ ਇੱਜ਼ਤ ਬਚਾਈ ਹੈ। ਅਗਰ ਕੁਝ ਹੋ ਜਾਂਦਾ ਆਪਣੇ ਛੋਟੇ ਭਰਾ ਨੂੰ ਉੱਪਰ ਜਾ ਕੇ ਕੀ ਮੂੰਹ ਹੋਣਾ? ਤਾਇਆ ਜੀ, ਕਿਆ ਇੰਨੀ ਨਿਰਾਸ਼ਾ ਭਰੀਆਂ ਗੱਲਾਂ ਕਰਦੇ ਹੋ? ਉੱਪਰ ਜਾਣ ਤੁਹਾਡੇ ਦੁਸ਼ਮਣ, ਨਾਲੇ ਮੇਰੀ ਫਿਕਰ ਛੱਡ ਦੋ, ਮੇਰੇ ਨਾਲੋਂ ਡੀਐਸਪੀ ਸੂਰਜ ਆ। ਇਸੇ ਗੱਲ ਦਾ ਤਾਂ ਫਿਕਰ ਹੈ ਪੁੱਤ ਮੈਨੂੰ। ਤੁਹਾਡੇ ਕਹਿਣ ਦਾ ਮਤਲਬ ਕੀ ਆ? ਮੇਰੀ ਗੱਲ ਦਾ ਬੁਰਾ ਨਾ ਮੰਨ ਬੇਟਾ, ਤੂੰ ਇੱਕ ਕਾਬਲ ਅਫਸਰ ਹੈ, ਤੇਰੇ ਦੁਸ਼ਮਣ ਬਹੁਤ ਫਿਰਦੇ ਨੇ, ਤੇ ਸਾਨੂੰ ਤਾਂ ਪਹਿਲੇ ਵੀ ਖਤਮ ਕਰਨ ਨੂੰ ਫਿਰਦਾ। ਹੋ ਗਿਆ ਸੀ ਨਾ ਮੇਰੀ ਧੀ ਦੀ ਜਾਨ ਨੂੰ ਡਬਲ ਖਤਰਾ। ਗੱਲਾਂ ਤੋਂ ਲੱਗਦਾ ਤਾਇਆ ਜੀ ਤੁਹਾਨੂੰ ਸੂਰਜ ਦੀ ਕਾਬਲੀਅਤ ਤੇ ਸ਼ੱਕ ਆ। ਉਹਨਾਂ ਨੇ ਵੱਡੇ ਕੇਸ ਹੱਲ ਕੀਤੇ ਆ, ਦੇਖ ਲਿਓ ਡੈਡੀ ਵਾਲਾ ਕੇਸ ਵੀ ਜਲਦੀ ਹੱਲ ਕਰ ਦੇਣਗੇ। ਮੈਨੂੰ ਸੂਰਜ ਦੀ ਕਾਬਲੀਅਤ ਤੇ ਕੋਈ ਸ਼ੱਕ ਨਹੀਂ, ਪਰ ਤੇਰਾ ਫਿਕਰ ਜ਼ਰੂਰ ਹੈ। ਹੋਣੀ ਵੀ ਚਾਹੀਦੀ ਆ, ਕਿਉਂਕਿ ਇਹਨਾਂ ਦੇ ਡੈਡੀ ਮਰਨ ਤੋਂ ਬਾਅਦ ਤੁਸੀਂ ਵੀ ਤਾਂ ਇਹਨਾਂ ਦੇ ਸ਼ੁਭ ਚਿੰਤਕ ਹੋ। ਉਹ ਤਾਂ ਹੈ ਹੀ ਹੈ, ਜੋ ਕੁਝ ਕਰਨਾ ਇਹਦਾ ਮੈਂ ਕਰੂੰ। ਮੈਨੂੰ ਇਸ ਗੱਲ ਤੋਂ ਇਨਕਾਰ ਨਹੀਂ ਸਰਪੰਚ ਸਾਹਿਬ, ਮੈਂ ਵੀ ਬਹੁਤ ਗਲਤੀਆਂ ਕੀਤੀਆਂ। ਚੈਂਗ ਦੀ ਮੌਤ ਨੇ ਮੈਨੂੰ ਬਦਲਤਾ, ਇਹਦੇ ਖੂਨੀ ਨੂੰ ਸਜ਼ਾ ਦਿਵਾਉਣੀ ਚਾਹੁੰਦਾ। ਉਹਦੇ ਖੂਨੀ ਨੂੰ ਸਜ਼ਾ ਦਿਵਾਉਣ ਦੇ ਵਿੱਚ ਮੈਂ ਤੇਰੀ ਪੂਰੀ ਮਦਦ ਕਰੂੰ। ਜੇ ਤੈਨੂੰ ਕਿਸੇ ਤੇ ਸ਼ੱਕ ਹੈ ਤਾਂ ਦੱਸ। ਮੈਨੂੰ ਤਾਂ ਕਿਸੇ ਤੇ ਸ਼ੱਕ ਨਹੀਂ ਸਰਪੰਚ ਸਾਹਿਬ, ਜਦੋਂ ਬਲਾਸਟ ਹੋਇਆ ਡੀਐਸਪੀ ਉਹਦੇ ਕੋਲ ਸੀ। ਕੀ ਤੂੰ ਡੀਐਸਪੀ ਸੂਰਜ ਦੀ ਗੱਲ ਕਰਦਾ? ਹਾਂਜੀ ਸਰਪੰਚ ਸਾਹਿਬ, ਮੈਂ ਉਹਨਾਂ ਦੀ ਹੀ ਗੱਲ ਕਰਦਾ। ਕੋਈ ਨਹੀਂ, ਇਸ ਕੇਸ ਦੇ ਸਿਲਸਿਲੇ 'ਚ ਆਪਾਂ ਉਹਨਾਂ ਨਾਲ ਗੱਲ ਕਰ ਲਾਂਗੇ, ਉਹ ਕਿਹੜਾ ਆਪਣੇ ਤੋਂ ਬਾਹਰ ਆ। ਹੁਣ ਐ ਮੂੰਹ ਕਿਉਂ ਫੁਲਾ ਕੇ ਬੈਠੀ ਆ? ਕੀ ਗੱਲ ਹੋ ਗਈ? ਤੁਹਾਨੂੰ ਨਹੀਂ ਪਤਾ ਕੀ ਗੱਲ ਹੋ ਗਈ? ਮੈਂ 2 ਦਿਨ ਰਹੀ ਆ ਮੰਮੀ ਦੇ ਘਰ, ਤੁਸੀਂ ਚੱਜ ਨਾਲ ਆਏ ਤੱਕ ਵੀ ਨਹੀਂ। ਫੋਨ ਲੈਣ ਆਏ ਤਾਂ ਫੋਨ ਕਰਤਾ ਵੀ ਮੇਰੇ ਕੋਲੇ ਟਾਈਮ ਘੱਟ ਆ, ਤਿਆਰ ਹੋ ਕੇ ਬੈਠ ਜੀ, ਮੈਂ ਆ ਰਿਹਾ ਲੈਣ ਲਈ। ਇਹ ਸਭ ਕਿਹੜਾ ਮੈਂ ਸ਼ੌਂਕੀਆ ਕਰਦਾ? ਨੌਕਰੀ ਐਸੀ ਹੈਗੀ, ਟਾਈਮ ਘੱਟ ਹੁੰਦਾਗਾ। ਮੈਨੂੰ ਲੱਗਦਾ ਇਹ ਗੱਲ ਤੈਨੂੰ ਦੱਸਣ ਦੀ ਲੋੜ ਨਹੀਂ ਹੈਗੀ। ਹਰ ਵਾਰ ਤੁਹਾਡੇ ਕੋਲੇ ਤਾਂ ਆਹੀ ਬਹਾਨਾ ਹੁੰਦਾ ਵੀ ਨੌਕਰੀ। ਮੇਰੇ ਲਈ ਤਾਂ ਟਾਈਮ ਹੀ ਨਹੀਂ ਤੁਹਾਡੇ ਲਈ। ਤੈਨੂੰ ਖੁਸ਼ ਕਰਨ ਦਾ ਤਾਂ ਇੱਕੋ ਹੀ ਤਰੀਕਾ, ਮੈਂ ਨੌਕਰੀ ਛੱਡ ਹੀ ਦਿੰਨਾ। ਠੀਕ ਆ, ਸੌਰੀ, ਜਦੋਂ ਤੁਸੀਂ ਮੈਨੂੰ ਟਾਈਮ ਹੀ ਨਹੀਂ ਦਿੰਦੇ ਮੈਂ ਕੀ ਕਰਾਂ? ਮੈਨੂੰ ਤਾਂ ਲੱਗਦਾ ਪਿਆਰ ਹੀ ਨਹੀਂ ਕਰਦੇ। ਜੇ ਤੈਨੂੰ ਪਿਆਰ ਨਹੀਂ ਕਰਦਾ ਤਾਂ ਹੁਣ ਐਂ ਵੀ ਦੱਸ ਦੇ ਵੀ ਹੋਰ ਕਿਹਨੂੰ ਕਰਦਾ? ਕਿਸੇ ਨੂੰ ਨਹੀਂ, ਮੈਨੂੰ ਕਰਦੇ ਹੋ। ਚਲੋ ਘਰ ਚਲੀਏ। ਉਹਦੇ ਗੱਡੀ ਇੱਥੇ ਕਿਉਂ ਰੋਕਤੀ? ਤੈਨੂੰ ਸਜ਼ਾ ਦੇਣ ਲਈ ਸਰਪੰਚ, ਇਸ ਤੋਂ ਚੰਗੀ ਜਗ੍ਹਾ ਨਹੀਂ ਮਿਲਣੀ। ਨਾ ਭਲਾ ਮੈਨੂੰ ਕਾਹਦੀ ਸਜ਼ਾ?
ਤੂੰ ਡੀਐਸਪੀ ਸੂਰਜ ਨੂੰ ਇਹ ਨਹੀਂ ਕਿਹਾ ਸੀ ਕਿ ਮੇਰਾ ਰਿਕਾਰਡ ਖਰਾਬ ਹੈ, ਇਸੇ ਗੱਲ ਦੀ ਸਜ਼ਾ ਦੇਣੀ ਹੈ? ਮੈਂ ਤੇਰੇ ਨਾਲ ਇਸ ਲਈ ਤੁਰਿਆ ਸੀ ਵੀ ਸ਼ਾਇਦ ਤੂੰ ਬਦਲ ਗਿਆ। ਓਏ ਬਦਲਦੇ ਮੌਸਮ ਹੁੰਦੇ ਆ, ਮੇਰੇ ਵਰਗੇ ਪਹਾੜ ਨਹੀਂ। ਨਾ ਨਾ ਸਰਪੰਚਾ ਭੱਜੀ ਨਾ, ਨਹੀਂ ਤਾਂ ਬੜੀ ਭੈੜੀ ਮੌਤ ਮਾਰੂੰਗਾ। ਨਾ ਨਾ ਸਰਪੰਚਾ, ਹੁਣ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ, ਤੇਰੀ ਟਿਕਟ ਸਿੱਧੀ ਰੱਬ ਘਰ ਕੱਟ ਦਿੰਦਾ। ਤੇਰੇ ਕੋਲੇ ਆਉਣ ਤੋਂ ਪਹਿਲਾਂ ਸਰਪੰਚ ਨੇ ਮੈਨੂੰ ਫੋਨ ਤੇ ਸਾਰੀ ਗੱਲ ਦੱਸਤੀ ਸੀ ਤੇ ਤੇਰੀ ਔਕਾਤ ਕੀ ਆ ਮੈਂ ਚੰਗੀ ਤਰ੍ਹਾਂ ਜਾਣਦਾ। ਬੜਾ ਨਾਂ ਸੁਣਿਆ ਸੀ ਤੇਰਾ, ਅੱਜ ਦਰਸ਼ਨ ਵੀ ਹੋ ਗਏ। ਪਿਸਤੌਲ ਸਾਈਡ ਤੇ ਰੱਖ, ਦੇਖ ਲੈਣਾ ਕਿੱਡਾ ਕੁ ਵੱਡਾ ਯੋਧਾ। ਲੈ ਹੁਣ ਮੇਰੇ ਹੱਥ 'ਚ ਪਿਸਤੌਲ ਹੈ ਨਹੀਂ, ਕਰਦੇ ਖਤਮ ਜੇ ਕਰ ਸਕਦਾ ਮੈਨੂੰ। ਪ੍ਰਤਾਪ ਦੇ ਕਤਲ ਵਿੱਚ ਤੇਰਾ ਕਿੰਨਾ ਹੱਥ ਆ, ਇਹ ਗੱਲ ਤਾਂ ਮੈਂ ਤੈਨੂੰ ਥਾਣੇ ਲਿਜਾ ਕੇ ਪੁੱਛੂ। ਸੂਰਜ ਹੁਣ ਤੈਨੂੰ ਵੀ ਕਿਸੇ ਨੇ ਮਾਰਤਾ। ਆਪਾਂ ਤੇ ਇਸੇ ਨੂੰ ਪ੍ਰਤਾਪ ਦਾ ਕਾਤਲ ਸਮਝਦੇ ਸੀ, ਹੁਣ ਤਾਂ ਕਿਸੇ ਤੇ ਸ਼ੱਕ ਵੀ ਨਹੀਂ ਆਂਦਾ। ਸ਼ੱਕ ਤਾਂ ਕਿਸੇ ਤੇ ਨਹੀਂ ਜਾਂਦਾ, ਪਰ ਮੈਨੂੰ ਇੱਕ ਤੇ ਯਕੀਨ ਹੋ ਗਿਆ। ਕਿਹਦੇ ਤੇ ਸੂਰਜ? ਇਹ ਗੱਲ ਦੱਸਣ ਦੀ ਨਹੀਂ, ਦਿਖਾਉਣ ਦੀ ਆ। ਅੱਜ ਸ਼ਾਮ ਨੂੰ ਮੈਂ ਤੈਨੂੰ ਉਹ ਚਿਹਰਾ ਦਿਖਾ ਦੂੰ ਜਿਹੜਾ ਇਹਨਾਂ ਸਾਰੀਆਂ ਘਟਨਾਵਾਂ ਦੇ ਪਿੱਛੇ ਆ। ਚੰਗਾ ਕੀਤਾ ਜਲਦੀ ਆ ਗਏ, ਮੇਰਾ ਦਿਲ ਨਹੀਂ ਲੱਗ ਰਿਹਾ ਸੀ। ਬਸ ਅੱਜ ਦਾ ਦਿਨ ਆਪਦੇ ਦਿਲ ਨੂੰ ਸਾਂਭ ਕੇ ਰੱਖ ਲਾ, ਕੱਲ ਤਾਂ ਮੈਨੂੰ ਛੁੱਟੀ ਮਿਲ ਹੀ ਜਾਣੀ ਆ। ਐਮਐਲਏ ਕਾਤਲ ਵਾਲਾ ਕੇਸ ਹੱਲ ਹੋ ਗਿਆ? ਹੋਇਆ ਤਾਂ ਨਹੀਂ, ਸ਼ਾਮ ਤੱਕ ਹੋ ਜੂ। ਜਾਨੀ ਕਿ ਤੁਹਾਨੂੰ ਪਤਾ ਲੱਗ ਗਿਆ ਵੀ ਕਾਤਲ ਕੌਣ ਆ? ਤੇਰੇ ਨਾਲ ਨਾਲ ਸਾਰੀ ਦੁਨੀਆ ਨੂੰ ਵੀ ਪਤਾ ਲੱਗ ਜੂ ਟੀਵੀ ਰਾਹੀਂ। ਮੈਂ ਬਹੁਤ ਖੁਸ਼ ਹਾਂ ਜੀ। ਫਟਾਫਟ ਜਾਓ, 19 ਨੂੰ ਜੇਲ੍ਹ 'ਚ ਕਰ ਦੋ, ਫਿਰ ਚੱਲਾਂਗੇ ਆਪਾਂ 15 ਦਿਨਾਂ ਲਈ ਘੁੰਮਣ ਲਈ। ਤੁਹਾਨੂੰ ਯਾਦ ਆ ਨਾ?
ਹਾਂ ਹਾਂ ਜ਼ਰੂਰ ਚੱਲਾਂਗੇ, ਮੇਰੇ ਪੂਰਾ ਯਾਦ ਆ ਯਾਰ, ਮੈਂ ਵਾਅਦਿਆਂ ਦਾ ਬਹੁਤ ਪੱਕਾ। बाबा जी। हाँ जी बेटा अर्जुन। डीएसपी सूरज साहब आया। बेटा सूरज ਨੂੰ बेटा अंदर ही ले आओ, घरे ले आओ ਉਹਨਾਂ ਨੂੰ। ਜਿੰਦੇ ਵਸਦੇ ਰਹੋ ਬੇਟਾ, ਕਿਵੇਂ ਆਣਾ ਹੋਇਆ ਸੂਰਜ? ਮਾਤਾ ਜੀ ਤੁਹਾਨੂੰ ਪਤਾ ਹੀ ਆ, ਜਦੋਂ ਮੇਰੇ ਤੇ ਭੀੜ ਪੈਂਦੀ ਆ ਫਿਰ ਮੈਂ ਗੁਰੂਆਂ ਦੇ ਦਰਸ਼ਨ ਨੂੰ ਆਉਣਾ ਜੀ, ਉੱਥੇ ਹੀ ਹੱਲ ਨਿਕਲਦਾ। ਹਾਂਜੀ ਆਓ ਬੈਠੋ।
ਕੀ ਗੱਲ ਬੇਟਾ ਸੂਰਜ ਅੱਜ ਬਿਨਾਂ ਦੱਸੇ ਕੋਈ ਖਾਸ ਕੰਮ ਸੀ ਅੱਜ? ਖਾਸ ਕੰਮ ਹੀ ਸੀ ਬਾਬਾ ਜੀ, ਤਾਂ ਹੀ ਤਾਂ ਮੈਂ ਇੰਨਾ ਐਮਰਜੈਂਸੀ ਆਇਆ। ਕੋਈ ਗੱਲ ਨਹੀਂ ਬੇਟਾ, ਦੱਸੋ ਕੀ ਕੰਮ ਹੈ? ਮੈਨੂੰ ਇਸ ਬੰਦੇ ਬਾਰੇ ਪੂਰੀ ਜਾਣਕਾਰੀ ਚਾਹੀਦੀ ਹੈ ਬਾਬਾ ਜੀ। ਤੂੰ ਮੇਰੇ ਰਸਤੇ ਦਾ ਆਖਰੀ ਰੋੜਾ ਹੈ, ਅੱਜ ਤੇਰਾ ਵੀ ਕੰਡਾ ਕੱਢੂ। ਆ ਗਿਆ ਆਪਦੀ ਅਸਲੀ ਔਕਾਤ ਤੇ। ਵਿਕਰਮ, ਮੈਨੂੰ ਤੇਰੇ ਤੇ ਪਹਿਲੇ ਹੀ ਸ਼ੱਕ ਸੀ। ਇਸੇ ਗੱਲ ਤੇ ਤਾਂ ਮੈਂ ਹੈਰਾਨ ਹੈ, ਤੈਨੂੰ ਮੇਰੇ ਤੇ ਸ਼ੱਕ ਕਿਵੇਂ ਹੋਇਆ? ਮੈਂ ਜਦੋਂ ਪਹਿਲੀ ਵਾਰ ਤੇਰੇ ਘਰ ਆਇਆ ਸੀ ਨਾ, ਕੁੜੀ ਪ੍ਰਤੀ ਤੇਰੀ ਹਮਦਰਦੀ ਦੇਖ ਕੇ ਮੈਨੂੰ ਉਦੋਂ ਹੀ ਤੇਰੇ ਤੇ ਸ਼ੱਕ ਹੋ ਗਿਆ ਸੀ ਕਿ ਜ਼ਰੂਰ ਕੋਈ ਨਾ ਕੋਈ ਗੜਬੜ ਆ। ਡੀਐਸਪੀ ਸੂਰਜ ਜਦੋਂ ਇਸ ਕੇਸ ਤੇ ਐਸਐਸਪੀ ਨੇ ਲਾਇਆ ਸੀ, ਮੈਂ ਤੈਨੂੰ ਉਹਦੇ ਖਤਮ ਕਰ ਦਿੰਦਾ, ਪਰ ਚੈਂਗ ਤੇ ਉਹਦੇ ਦੇ ਸਹਾਰੇ ਰਹਿ ਗਿਆ। ਉਹ ਦੋਵੇਂ ਤਾਂ ਮਰ ਗਏ, ਪਰ ਤੇਰੀ ਜਾਨ ਨੂੰ ਸਿਆਪਾ ਛੱਡ ਗਏ। ਨੇਹਾ, ਚੱਕ ਪਿਸਤੌਲ। ਬੋਲ ਸੱਚਾਈ ਕੀ ਆ, ਨਹੀਂ ਤਾਂ ਬਿਨਾ ਕੋਰਟ ਕਚਹਿਰੀ ਤੋਂ ਤੇਰਾ ਹੁਣੀ ਇੱਕ ਪਾਸਾ ਕਰ ਦੂੰ। ਦੱਸਦਾ, ਹੁਣੇ ਦੱਸਦਾ। ਨੇਹਾ, ਕਰ ਇਹਦਾ ਬਿਆਨ ਰਿਕਾਰਡ। ਪੈਸੇ ਧੇਲੇ ਦਾ ਹਿਸਾਬ ਕਿਤਾਬ ਮੇਰੇ ਛੋਟੇ ਭਰਾ ਪ੍ਰਤਾਪ ਕੋਲੇ ਹੁੰਦਾ ਸੀ। ਮੈਂ ਖਰਚਿਆਂ ਨਹੀਂ ਪਰੇਸ਼ਾਨ ਰਹਿੰਦਾ ਸੀ। ਮੈਂ ਆਪਦਾ ਝੂਠਾ ਐਕਸੀਡੈਂਟ ਕਰਵਾ ਕੇ ਬਹਾਨਾ ਬਣਾਇਆ ਲੱਤਾਂ ਖਰਾਬ ਹੋਣ ਦਾ। ਉਸ ਤੋਂ ਬਾਅਦ ਆਪਣੇ ਭਰਾ ਦੇ ਹੈਲੀਕਾਪਟਰ ਤੇ ਬਰੂਦ ਲਾ ਕੇ ਉਹਨੂੰ ਖਤਮ ਕੀਤਾ। ਮੈਂ ਪਾਸ ਸੀ, ਮੇਰੇ ਤੇ ਕਿਸੇ ਨੇ ਸ਼ੱਕ ਨਹੀਂ ਕੀਤਾ। ਮੈਂ ਪੈਸੇ ਦਾ ਲਾਲਚ ਦੇ ਕੇ ਉਹਦੇ ਤੇ ਚੈਨ ਨੂੰ ਆਪਦੇ ਨਾਲ ਰਲਾ ਲਿਆ। ਤੂੰ ਉਹਨਾਂ ਦੀ ਵਾਹ ਨਹੀਂ ਚੱਲਦੀ, ਮੇਰੀ ਸਾਰੀ ਖੇਡ ਖਰਾਬ ਕਰਤੀ। ਤਾਇਆ, ਮੈਂ ਤੈਨੂੰ ਆਪਦਾ ਬਾਪ ਸਮਝਦੀ ਸੀ, ਪਰ ਤੂੰ ਬਾਪ ਧੀ ਦੇ ਰਿਸ਼ਤੇ ਨੂੰ ਬਦਨਾਮ ਕਰਤਾ। ਅੱਛਾ, ਤੇ ਇਹ ਸਾਰਾ ਖੇਡ ਲੰਗੜੇ ਘੋੜੇ ਨੇ ਖੇਡਿਆ ਸੀਗਾ। ਚੱਲ ਪੁੱਤਰਾ ਠਾਣੇ, ਉੱਥੇ ਕਿਤੇ ਤੇਰੀ ਸੱਚੀ ਮੁੱਚੀ ਲੱਤ ਤੋੜੂੰਗਾ ਮੈਂ।
ਚਲੋ ਸੂਰਜ, ਆ ਕੇਸ ਤਾਂ ਖਤਮ ਹੋ ਗਿਆ। ਅੱਜ ਸ਼ਾਮ ਨੂੰ ਤੁਹਾਡੇ ਘਰ ਆ ਰਹੇ ਆ ਵਿਆਹ ਦੀ ਪਾਰਟੀ ਲੈਣ। ਜ਼ਰੂਰ ਆਓ ਜੀ। ਬਘੇਲ ਸਿੰਘ, ਯਸ ਸਰ। ਐਂਬੂਲੈਂਸ ਮੰਗਾ ਤੇ ਇਹਦੀ ਲਾਸ਼ ਨੂੰ ਭੇਜ ਹਸਪੀਟਲ। ਠੀਕ ਹੈ ਸਰ।